सत श्री अकाल जी। पंजाबी खबरों के इस बुलेटिन में तुहाडा स्वागत है। मैं हरप्रीत सिंह गिल्ला। एक नज़र मारते हैं हुण तक दी खास सुर्खियां ते। पंजाब के मुख्यमंत्री भगवंत मान और दिल्ली के मुख्यमंत्री अरविंद केजरीवाल ने मोहाली में सनअतकार मिलनी दौरान सनअतकारां नाल कीती मुलाकात। कहा पंजाब में उद्योग नूं बढ़ावा देने लई बनाईयां जा रहीआं ने नीतियां। पंजाब के मुख्यमंत्री भगवंत मान और दिल्ली के मुख्यमंत्री अरविंद केजरीवाल ने लुधियाना में सनअतकार मिलनी तहत सनअतकारां नाल कीती गलबात। कहा उद्योग नूं हुलारा देने लई बनाईयां गईयां ने नीतियां। श्री गुरु ग्रंथ साहिब जी का पहला प्रकाश पर्व भलके श्री अकाल तख्त साहिब के जथेदार सिंह साहिब ज्ञानी रघबीर सिंह ने समूह संगत नूं दित्तियां प्रकाश पर्व दीआं वधाइयां। ते हुण खबरां विस्तार नाल। पंजाब सरकार वालों उद्योगों को उत्साहित करने विचार चर्चा करने हेतु मोहाली विच सरकार सनअतकार मिलनी का आयोजन किया गया, जिस दौरान पंजाब के मुख्यमंत्री भगवंत मान और दिल्ली के मुख्यमंत्री अरविंद केजरीवाल ने कहा कि सूबा सरकार उद्योग को सुखावा माहौल देने लई वचनबद्ध है। उन्होंने कहा कि उद्योग उदों ही विकास करता जदों उन्हों का भरोसा सरकार की नीतियां ते अमन कानून की व्यवस्था में होवे अते सूबा सरकार सनअतकारां लई दिन रात काम कर रही है। पंजाब के मुख्यमंत्री भगवंत मान ने कहा कि सूबा सरकार पंजाब नूं उद्योगिक सैक्टर विच पंजाब दा अव्वल सूबा बनाउण लई कोई कसर बाकी नहीं छड्डेगी। इस दे नाल ही दिल्ली के मुख्यमंत्री अरविंद केजरीवाल ने भी संबोधन किया ते पंजाब सरकार की नीतियों की शलाघा की है। ਸਕੂਲ नहीं ਹੁੰਦੇ ਸੀ ਕਿਸੇ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਹਸਪਤਾਲ ਨਹੀਂ ਹੁੰਦੇ ਸੀ ਤੇ ਇੰਡਸਟਰੀ ਨਹੀਂ ਹੁੰਦੀ ਸੀ। ਮੈਨੀਫੈਸਟੋ ਕਿਵੇਂ ਜਾਰੀ ਕੀਤੇ ਜਾਂਦੇ ਸੀ? ਦੂਜਿਆਂ ਦਾ ਦੇਖ ਕੇ ਕਿ ਉਹਨਾਂ ਨੇ ਕੀ ਲਿਖਿਆ। ਉਹ ਕਹਿੰਦੇ ਜੀ ਉਹਨਾਂ ਦਾ ਲਿਖਿਆ 4 ਲੱਖ ਨੌਕਰੀਆਂ ਦੇਵਾਂਗੇ, 5 ਲੱਖ ਲਿਖ ਦਿਓ। ਉਹਨਾਂ ਨੇ ਲਿਖਿਆ ਜੀ 4 ਰੁਪਏ ਕਿਲੋ ਆਟਾ 3 ਰੁਪਏ ਕਰ ਦਿਓ। ਕਿਹੜਾ ਦੇਣਾ ਹੈ? ਕਿਹੜਾ ਦੇਣਾ ਹੈ? ਵਾਅਦਾ ਹੀ ਕਰਨਾ ਹੈ। ਅਸੀਂ ਇੱਕ ਇੱਕ ਗਰੰਟੀ ਦੇ ਉੱਤੇ ਹੋਮਵਰਕ ਹੋਇਆ ਕਿ ਆਪਾਂ ਕਰਾਂਗੇ ਕਿਵੇਂ, ਪੈਸੇ ਕਿੱਥੋਂ ਆਉਣਗੇ, ਰੈਵਨਿਊ ਕਿੰਨਾ ਹੈ, ਜਨਰੇਟ ਕਿੱਥੋਂ ਹੋਊਗਾ, ਤਾਂ ਗਰੰਟੀ ਦੇਵਾਂਗੇ। ਨਹੀਂ ਗਰੰਟੀ ਨਹੀਂ ਦੇਣੀ। ਸੋ ਜਿੰਨੀਆਂ ਗਰੰਟੀਆਂ ਦਿੱਤੀਆਂ ਕੱਲ੍ਹ ਨੂੰ 1.5 ਸਾਲ ਹੋ ਜਾਊਗਾ ਜੀ। 16 ਤਰੀਕ ਹੈ ਕੱਲ੍ਹ ਨੂੰ 1.5 ਸਾਲ ਹੋ ਜਾਊਗਾ। ਸਿਰਫ 1.5 ਸਾਲ ਸਰਕਾਰ ਬਣੀ ਨੂੰ ਅਸੀਂ ਉਹ ਗਰੰਟੀਆਂ ਵੀ ਪੂਰੀਆਂ ਕਰੀਆਂ ਬੈਠੀਆਂ ਜਿਹੜੀਆਂ ਨਹੀਂ ਵੀ ਦਿੱਤੀਆਂ ਸੀ। ਜਿਵੇਂ MLA ਨੂੰ ਇੱਕ ਪੈਨਸ਼ਨ ਮਿਲਿਆ ਕਰੂ, ਬਸ ਸਾਰੀਆਂ ਕੱਟ ਲਈਆਂ ਉਹਨਾਂ ਦੀਆਂ ਜੀ। 10-10 ਪੈਨਸ਼ਨ 8-8 ਪੈਨਸ਼ਨਾਂ ਲਈ ਜਾਂਦੇ ਸੀ। ਬਿਜਲੀ ਦਾ ਗਰੰਟੀ ਅਸੀਂ ਪੂਰੀ ਕਰਤੀ। ਐਜੂਕੇਸ਼ਨ ਦੀ ਗਰੰਟੀ ਪਰਸੋਂ ਪਹਿਲਾ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਤਾ। ਪਾਣੀ ਵਾਲੇ ਮਾਮਲੇ 'ਚ ਅਸੀਂ ਨਹਿਰਾਂ ਕੱਸੀਆਂ ਉੱਥੇ ਤੱਕ ਪਾਈਪਾਂ ਪਹੁੰਚਾਤੀਆਂ। ਤੁਸੀਂ ਸੁਣਿਆ ਹੋਣਾ, ਵੀਡੀਓ ਵੀ ਆਈਆਂ ਨੇ ਕਿ 35-35 ਸਾਲ ਬਾਅਦ ਪਾਣੀ ਦੇਖਿਆ ਜੀ ਇਹਨਾਂ ਕੱਸੀਆਂ 'ਚ, ਰਜਬਾਹਿਆਂ 'ਚ। ਹੋਰ ਵੀ ਹਜੇ ਕੰਮ ਕਰ ਰਹੇ ਹਾਂ। ਅੱਜ ਵਾਲਾ ਫੰਕਸ਼ਨ ਦੇ ਵਿੱਚ ਇੱਕ ਖਾਸ ਗੱਲ ਇਹ ਹੈ, ਤੁਸੀਂ ਜਿਹੜੀਆਂ ਗੱਲਾਂ ਕਹੀਆਂ ਸੁਜੈਸ਼ਨਸ, ਉਹ ਕੱਲਾ ਮੈਂ ਨਹੀਂ ਸੁਣ ਰਿਹਾ, ਕੱਲਾ ਦਿੱਲੀ CM ਨਹੀਂ ਸੁਣ ਰਹੇ, ਕੱਲਾ ਸਾਡੇ ਕੈਬਨਿਟ 'ਚ ਨਹੀਂ, ਸਾਡੇ ਸਾਰੇ ਸੈਕਟਰੀ ਜਿਹੜੇ ਡਿਸੀਜਨ ਮੇਕਰ ਨੇ ਸਰਕਾਰ ਦੇ, ਐਜੂਕੇਸ਼ਨ, ਇਰੀਗੇਸ਼ਨ, ਵਾਟਰ ਰਿਸੋਰਸਿਸ, ਪਾਵਰ, ਇੰਡਸਟਰੀ, ਸਾਰੇ ਸੈਕਟਰੀ ਬੈਠੇ ਨੇ, ਉਹ ਸੁਣ ਰਹੇ ਨੇ। ਤੇ ਉਹਨਾਂ ਨੂੰ ਇਹ ਹਦਾਇਤਾਂ ਨੇ ਕਿ ਜੋ ਵੀ ਕੋਈ ਬੋਲੂਗਾ, ਜਦੋਂ ਤੁਹਾਡੇ ਡਿਪਾਰਟਮੈਂਟ ਦਾ ਕੁਝ ਆਇਆ ਤੁਸੀਂ ਇਮੀਡੀਏਟਲੀ ਲਿਖਣਾ ਕਿ ਇਹ ਤੁਹਾਡੇ ਡਿਪਾਰਟਮੈਂਟ ਦਾ ਕੋਈ ਕਿਸੇ ਨੇ ਬੋਲਿਆ ਸੀ। CMD PSPCL ਬੈਠੇ ਨੇ, ਬਲਦੇਵ ਸਰਾਂ ਜੀ, ਬਿਜਲੀ ਨਾਲ ਸੰਬੰਧਿਤ ਕੰਮ। ਤੁਸੀਂ ਸਾਰੀਆਂ ਅਨੁਰਾਗ ਜੀ ਨੇ ਦੱਸਤੀਆਂ ਸਾਰੀਆਂ, ਮੈਨੂੰ ਜ਼ਿਆਦਾ ਡਿਟੇਲ 'ਚ ਕਹਿਣ ਦੀ ਕੁਛ ਲੋੜ ਨਹੀਂ। ਹਾਂ, ਇੰਨਾ ਮੈਂ ਜ਼ਰੂਰ ਕਹੂੰਗਾ, ਜਿਸ ਤਰ੍ਹਾਂ ਕਿਹਾ ਗਿਆ ਕਿ ਮੋਹਾਲੀ ਜਿਹੜਾ ਹੈ ਉਹ ਗੇਟਵੇ ਆਫ ਪੰਜਾਬ ਹੈ। ਜਿਸ ਤਰ੍ਹਾਂ ਦੱਸਿਆ ਕਿ ਜੇ ਇੰਟਰਨੈਸ਼ਨਲ ਫਲਾਈਟ ਇੱਥੇ ਉਤਰ ਜੇ ਅਤੇ ਉਹਨਾਂ ਨੂੰ ਉਤਰਦੇ ਹੀ ਇੰਨਾ ਵਧੀਆ ਗੇਟਵੇ ਮਿਲ ਜੇ ਤਾਂ ਮੈਨੂੰ ਲੱਗਦਾ ਨਹੀਂ ਕਿ ਪੰਜਾਬੀ ਕਦੇ ਬਾਹਰ ਬਾਰੇ ਦੁਬਾਰਾ ਸੋਚਣਗੇ ਕਿ ਅਸੀਂ ਬਾਹਰ ਜਾਈਏ। ਅਸੀਂ ਆਪਣਾ ਪੰਜਾਬ ਵੀ ਠੀਕ ਕਰ ਲਾਂਗੇ, ਬਹੁਤ ਵਧੀਆ ਬਣਾ ਲਾਂਗੇ। ਸਭ ਕੁਛ ਹੈਗਾ। ਮਿਹਨਤੀ ਕੌਮ ਹੈ, ਉਪਜਾਊ ਧਰਤੀ ਹੈ। ਸਾਡੇ ਕੋਲ ਲੋਕ ਜਿਹੜੇ ਨੇ ਉਹ ਬਹੁਤ ਡੈਡੀਕੇਟਡ ਨੇ। ਅਸੀਂ ਕੋਈ ਦੇਖੋ CM ਸਾਹਿਬ, ਆਪਾਂ 4 ਮਿਲਣੀਆਂ ਕੀਤੀਆਂ, ਅੱਜ ਚੌਥੀ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਕਿਤੇ ਕਿਸੇ ਨੇ ਇਹ ਨਹੀਂ ਕਿਹਾ ਜੀ ਸਾਨੂੰ ਆਹ ਦੇ ਦਿਓ ਜੀ, ਸਾਨੂੰ ਆਹ ਦੇ ਦਿਓ ਜੀ। ਪੈਸੇ ਤਾਂ ਮੰਗਦੇ ਹੀ ਨਹੀਂ, ਇਹ ਤਾਂ ਕਹਿੰਦੇ ਜੀ ਪੈਸੇ ਤਾਂ ਅਸੀਂ ਬਹੁਤ ਕਰ ਦਾਂਗੇ ਜੀ, ਪਰ ਸਾਨੂੰ ਮਾਹੌਲ ਦੇ ਦਿਓ ਜੀ, ਸਾਨੂੰ ਕੰਮ ਕਰਨ ਦਾ ਮਾਹੌਲ ਦੇ ਦਿਓ ਜੀ। ਆਹੀ ਇਹਨਾਂ ਨੂੰ ਮਿਲਿਆ ਨਹੀਂ ਬਸ। ਜੋ ਵੀ ਅਨਾਊਂਸਮੈਂਟਾਂ ਹੋਈਆਂ ਨੇ ਉਹ
ਤੁਹਾਡੇ ਹੱਕ ਦੀਆਂ ਨੇ। ਹੋਰ ਵੀ ਇਸ ਤਰ੍ਹਾਂ ਦੇ 3-3 4-4 ਮਹੀਨਿਆਂ ਬਾਅਦ ਇਸ ਤਰ੍ਹਾਂ ਦੇ ਮਿਲਣੀਆਂ ਆਪਾਂ ਕਰਦੇ ਰਿਹਾ ਕਰਾਂਗੇ ਜਿਸ ਤਰ੍ਹਾਂ ਕਿਹਾ ਗਿਆ। ਤੇ ਦੋ ਗੱਲਾਂ ਕਹੀਆਂ, ਇੱਕ ਤਾਂ ਇਹ ਕਿਹਾ ਗਿਆ ਕਿ ਜਿਹੜੇ ਕੋਈ 2021 ਦੇ ਵਿੱਚ ਫੈਸਲਾ ਕਰ ਲਿਆ ਕਿ 5 ਸਾਲ ਵਾਸਤੇ ਰੋਕ ਲਓ। ਹੁਣ ਪਹਿਲਾਂ ਉਹ ਫੈਸਲਾ ਸੀਗਾ ਕਿ ਕਲੀਅਰ ਕਰ ਦਾਂਗੇ, ਬਾਅਦ 'ਚ 21 ਦੇ ਵਿੱਚ ਕੀ ਰੂਲ ਬਣਾਇਆ ਇਹਨਾਂ ਨੇ ਸਚਦੇਵਾ ਸਾਹਿਬ? 5 ਸਾਲ ਵਾਸਤੇ ਰੋਕਤਾ। ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਅਗਲੇ 20 ਸਾਲ ਵਾਸਤੇ ਲੋਕ ਸਾਨੂੰ ਰੋਕ ਰਹੇ ਨੇ। ਉਹ ਤਾਂ 5 ਸਾਲ ਵਾਸਤੇ ਹੀ ਰੋਕ ਰਹੇ ਸੀ ਨਾ, ਲੋਕਾਂ ਨੇ ਉਹਨਾਂ ਨੂੰ ਹਮੇਸ਼ਾ ਲਈ ਰੋਕਤਾ ਕਿ ਹੁਣ ਤੁਸੀਂ ਨਾ ਆਇਓ। ਸੋ ਇਸ ਕਰਕੇ ਤੁਸੀਂ ਆ ਕੇ ਬੈਠੋ ਸਾਡੇ ਨਾਲ। ਇਹ ਕਿਹੜੀ ਕੰਡੀਸ਼ਨ ਲਾਤੀ ਵੀ 5 ਸਾਲ ਦੀ? 5 ਸਾਲ 'ਚ ਕੀ ਹੋ ਜਾਊਗਾ? ਧਰਤੀ ਫੁੱਲ ਜਾਊਗੀ ਜਾਂ ਵੱਧ ਜਾਊਗੀ ਜਾਂ ਕੀ ਹੋ ਜਾਊਗਾ? ਸੋ ਜੇ ਤੁਹਾਨੂੰ ਚਾਹੀਦੇ ਆ ਉਹ ਤੁਸੀਂ ਇੱਕ ਹੋਰ ਇੱਕ ਤਾਂ 5 ਸਾਲ ਵਾਲਾ ਤੁਸੀਂ ਅਨੁਰਾਗ ਜੀ ਲਿਖ ਲਓ। ਦੂਜਾ ਇੱਕ ਕਿਹਾ ਗਿਆ ਸੀਗਾ ਕਿ ਪਹਿਲਾਂ ਪਲਾਟ ਲੈ ਲਏ ਸੀਗੇ, ਮਾਹੌਲ ਵਧੀਆ ਨਹੀਂ ਸੀ, ਹੁਣ ਮਾਹੌਲ ਵਧੀਆ ਬਣ ਗਿਆ ਤੇ ਉਹ ਪਲਾਟ ਜਿਹੜੇ ਉਹਨਾਂ ਨੂੰ ਉੱਥੇ ਆਪਣੀ ਇੰਡਸਟਰੀ ਲਾਉਣ ਵਾਸਤੇ 1 ਸਾਲ ਦਾ ਤੁਸੀਂ ਸਮਾਂ ਕਹਿੰਦੇ, 1 ਸਾਲ ਦਾ ਸਮਾਂ ਤੁਹਾਨੂੰ ਹੁਣੇ ਅਨਾਉਂਸਮੈਂਟ ਕਰਤੀ, 1 ਸਾਲ ਦਾ ਸਮਾਂ ਤੁਹਾਨੂੰ ਦੇਤਾ। ਕਿਉਂਕਿ ਮੈਂ ਇਸ ਗੱਲ ਨੂੰ ਸਮਝ ਰਿਹਾ, ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਹੈ, ਮੈਂ ਇਸ ਗੱਲ ਨੂੰ ਸਮਝ ਰਿਹਾ ਕਿ ਪਹਿਲਾਂ ਮਾਹੌਲ ਨਹੀਂ ਸੀ। ਤੁਹਾਡਾ ਕਸੂਰ ਨਹੀਂ ਹੈਗਾ ਕਿ ਤੁਸੀਂ ਪਲਾਟ ਲੈ ਕੇ ਖਾਲੀ ਛੱਡ ਰੱਖਿਆ, ਤੁਸੀਂ ਕਿਉਂ ਨਹੀਂ ਕੁਝ ਬਣਾਉਂਦੇ? ਜਦੋਂ ਬਣਾਉਣ ਤਾਂ ਦਿੰਦੇ ਨਹੀਂ ਸੀ, ਜਦੋਂ ਬਣਾਉਂਦੇ ਸੀ ਉਦੋਂ ਹਿੱਸਾ ਮੰਗਦੇ ਸੀ, ਕਰੀਏ ਕੀ ਦੱਸੋ? ਸੋ ਇਸ ਕਰਕੇ ਜੇ ਤੁਸੀਂ ਵਿਸ਼ਵਾਸ ਕਹਿ ਰਹੇ ਹੋ, ਸਾਨੂੰ ਵਿਸ਼ਵਾਸ ਦਿਵਾਉਂਦੇ ਹੋ ਕਿ ਸਾਰੇ ਪਲਾਟ ਜਿਹੜੇ ਨੇ ਉਹ ਡਿਵੈਲਪ ਕਰ ਲਾਂਗੇ ਅਸੀਂ, ਤਾਂ ਸਾਲ ਵਾਸਤੇ ਤੁਹਾਨੂੰ ਐਕਸਟੈਂਸ਼ਨ ਦਿੱਤੀ, ਹੁਣ ਵਧੀਆ ਬਣਾਓ। ਸੋ ਲਾਅ ਐਂਡ ਆਰਡਰ ਦੇ ਵੀ ਅਸੀਂ ਕੰਟਰੋਲ ਹੈ, ਕਿਉਂਕਿ ਇੰਡਸਟਰੀ ਜਿਹੜੀ ਇੰਨੀ ਆਈ ਹੈ 50,000 ਕਰੋੜ ਦੀ, ਉਹ ਐਵੇਂ ਨਹੀਂ ਆਉਂਦੇ, ਉਹ ਇੱਕ ਰੁਪਈਆ ਪੁੱਛ ਕੇ ਲਾਉਂਦੇ ਆ ਕਿ ਇੱਥੇ ਕਿਵੇਂ ਮਾਹੌਲ, ਪੈਸੇ ਲਾਉਣ ਦਾ ਹੈ ਫਾਇਦਾ ਕੋਈ? ਫਿਰ ਇੱਥੋਂ ਕੋਈ ਨਾ ਕੋਈ ਤੁਹਾਡੇ ਵਰਗਾ ਦੱਸਦਾ। ਸਾਡੇ ਬ੍ਰਾਂਡ ਐਂਬੈਸਡਰ ਤਾਂ ਤੁਸੀਂ ਹੋ ਨਾ, ਜਿਹੜੇ ਇੱਥੇ ਹੋ ਵੀ ਇੱਥੇ ਕਮਾਲ ਹੈ ਜੀ, ਅਸੀਂ 20 ਸਾਲ ਤੋਂ ਕੰਮ ਕਰ ਰਹੇ ਹਾਂ, 30 ਸਾਲ ਤੋਂ ਕਰ ਰਹੇ ਹਾਂ, ਤੁਸੀਂ ਆਓ ਇੱਥੇ। ਤੁਸੀਂ ਜ਼ਿਆਦਾ ਬੁਲਾਉਂਦੇ ਹੋ ਸਾਡੇ ਨਾਲੋਂ ਆਪਣੀਆਂ ਸਿਸਟਰ ਕੰਪਨੀਜ਼ ਨੂੰ। ਸੋ ਬੁਲਾਓ ਤੁਸੀਂ। ਜਦੋਂ ਮਾਹੌਲ ਲਾਅ ਐਂਡ ਆਰਡਰ ਨਹੀਂ ਠੀਕ ਹੋਊਗਾ ਫਿਰ ਕਿਵੇਂ ਪੈਸਾ ਆਊਗਾ? ਸੋ 50,000 ਕਰੋੜ 1.5 ਸਾਲ 'ਚ ਆਉਣਾ, ਇਸ ਗੱਲ ਦਾ ਵੀ ਸਬੂਤ ਹੈ ਕਿ ਸਾਡੇ ਲਾਅ ਐਂਡ ਆਰਡਰ 'ਤੇ ਲੋਕਾਂ ਨੂੰ ਯਕੀਨ ਹੈ ਕਿ ਪੰਜਾਬ ਦੇ ਵਿੱਚ ਬਿਲਕੁਲ ਕਮਾਲ ਦੀ ਸਰਕਾਰ ਚੱਲ ਰਹੀ ਹੈ ਔਰ ਸਰਕਾਰ ਲੋਕਾਂ ਦੇ ਕੰਮ ਕਰ ਰਹੀ ਹੈ। ਇਸ ਵਕਤ ਕੋਈ ਮਨੀਪੁਰ 'ਚ ਫੈਕਟਰੀ ਲਾ ਲੂਗਾ? ਕੌਣ ਲਊਗਾ ਰਿਸਕ ਉੱਥੇ? ਕੀ ਪਤਾ ਕਦੋਂ ਦੰਗੇ ਹੋ ਜਾਣ, ਕੀ ਪਤਾ ਕਦੋਂ ਕਿਹੜੀ ਫੈਕਟਰੀ ਨੂੰ ਅੱਗ ਲੱਗ ਜਾਏ। ਸੋ ਇਸ ਕਰਕੇ ਅਸੀਂ ਨਾਲ ਦੀ ਨਾਲ ਲਾਅ ਐਂਡ ਆਰਡਰ ਵੀ ਦੇਣ ਲੱਗੇ ਹਾਂ ਤੁਹਾਨੂੰ। ਸੜਕਾਂ ਫੋਕਲ ਪੁਆਇੰਟ ਵਾਲਾ ਤਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਵੱਡੀਆਂ ਅਨਾਉਂਸਮੈਂਟਾਂ ਕਰਨ ਲੱਗੇ ਹਾਂ ਅਸੀਂ। ਇਹ ਫੋਕਲ ਪੁਆਇੰਟਾਂ ਦੀਆਂ ਸੜਕਾਂ, ਸੀਵਰੇਜ, ਇਹ ਸਾਰਾ ਜੱਬ ਵੀ ਮੁਕਾ ਦਿਆਂਗੇ। ਇਹ ਸਾਰੇ ਪੰਜਾਬ ਦੇ ਫੋਕਲ ਪੁਆਇੰਟ, ਸੀਵਰੇਜ ਤੇ ਲਾਈਟਿੰਗ ਵਗੈਰਾ ਐਨ ਚਾਹੇ ਸਾਲ ਲੱਗ ਜੇ, 1.5 ਸਾਲ ਲੱਗ ਜੇ, 2 ਸਾਲ ਲੱਗ ਜੇ, ਇੱਕ ਵਾਰੀ ਸਾਰੇ ਕੰਪਲੀਟ ਕਰਕੇ ਤੁਹਾਨੂੰ ਦੇ ਦਾਂਗੇ। ਜੇ ਤੁਹਾਡਾ ਕੋਈ ਪਾਰਟਨਰ ਜਰਮਨੀ ਤੋਂ, ਇਟਲੀ ਤੋਂ, ਅਮਰੀਕਾ ਤੋਂ ਆਉਂਦਾ ਹੈ ਤੇ ਉਹਨੂੰ ਤੁਸੀਂ ਦਿਖਾ ਸਕਦੇ ਹੋ ਕਿ ਆਹ ਸੜਕਾਂ ਸਾਡੀਆਂ ਜਾਂਦੀਆਂ ਨੇ। आज 1.5 साल के बाद हम आपके बीच में आए हैं। आज वोट मांगने नहीं आए, अपनी वो सारी गारंटियां पूरी करने के लिए आए हैं आज आप लोगों के बीच में। अगले 3-4 महीने में कोई चुनाव नहीं है। जैसा मैंने कहा, आज हम वोट मांगने नहीं आए। नेता केवल और केवल जनता के बीच में वोट मांगने जाते हैं। आज हम वोट मांगने नहीं आए। जो उस टाइम हमने आप लोगों से वादे किए थे वो भी सारे मेरे पास लिखे हुए हैं, उन सारे वादों को पूरा कर रहे हैं। उसके अलावा पिछले 2 महीने में जैसा आप लोगों ने देखा, एक व्हाट्सएप नंबर जारी किया गया, एक ईमेल आईडी जारी किया गया मुख्यमंत्री के द्वारा। उस पे आप लोगों ने खूब सुझाव दिए, सबने नहीं दिए, बिकॉज अभी भी माहौल ऐसा है कि लोगों को विश्वास होने में भी समय लगता है। जब मुख्यमंत्री ने 2 महीने पहले अपना व्हाट्सएप नंबर जारी किया, जब ईमेल जारी किया, कुछ लोगों ने सुझाव दिए, कुछ ने सोचा सारे ऐसे ही करते हैं, ईमेल और नंबर तो जारी कर देते, पढ़ता कौन है? कोई नहीं पढ़ता, लागू कोई नहीं करता। मान साहब ने अपना व्हाट्सएप नंबर जारी किया, ईमेल जारी किया, 1600 सुझाव आए। वो 1600 के 1600 सुझाव चीफ सेक्रेटरी साहब ने और चीफ मिनिस्टर साहब ने और मिनिस्टर ने, तीनों ने बैठ के पर्सनली एक एक सुझाव पढ़ाया, आपका एक एक सुझाव। जैसा भी किसी ने यहाँ पे कहा कि आपके 9 बजे मीटिंग शुरू होती है जी और शाम को 7-8 बजे तक आपके ऑफिसर्स और मंत्री काम करते रहते हैं। सारे सुझाव पढ़ने के बाद आज ये 58 पॉलिसी अनाउंसमेंट्स किए गए हैं।
जिस किस्म के पॉलिसी अनाउंसमेंट्स हुए हैं उनको देख के आप लोगों को यकीन हो गया होगा कि कितनी डिटेल के अंदर काम किया गया। आप लोगों की हर सुझाव को पढ़ के किस तरह से डिटेल में एनालाइज करके सारे अनाउंसमेंट्स किए गए हैं। अभी अभी आप में से किसी ने बोला कि पिछले 5 साल में एक पॉलिसी डिसीजन कराने में भी नानी याद आ जाती थी, चप्पल घिस जाती थी, जूते घिस जाते थे। आज 58 पॉलिसी अनाउंसमेंट्स केवल एक ईमेल और व्हाट्सएप करने से आप लोगों को 58 पॉलिसी अनाउंसमेंट्स। अभी कोई चुनाव नहीं है, बिना चुनाव के ये जो स्टेज के ऊपर ये बैठे हैं सब लोग, ये कोई करिश्मे से कम नहीं है हमारे देश की राजनीति के अंदर। 2 मुख्यमंत्री, चीफ सेक्रेटरी, 2 कैबिनेट मिनिस्टर्स, राज्यसभा एमपीज और सारे ऑफिसर्स, सेक्रेटरीज यहाँ बैठे हैं। किस लिए? केवल आपके समाधान करने के लिए, आपकी समस्याओं का समाधान सुनने के लिए आपको और समाधान करने के लिए। केवल ये दिखाना चाहते हैं कि पंजाब का माहौल बदल रहा है, हवा बदल रही है। अभी अभी मैं सुन रहा था, मान साहब ने अभी स्पीच दी, अपनी स्पीच के अंदर उन्होंने 2 बड़े बड़े पॉलिसी अनाउंसमेंट्स कर दिए। एक अभी आपने कुछ किया ना कि 1 साल के अंदर अपनी वो बना लो, एक जो ले रखा है। ये एक डिसीजन, इतना बड़ा डिसीजन है, कोई मुख्यमंत्री 5 मिनट के अंदर यहां खड़ा होकर ये डिसीजन कर सकता है क्या? कोई पहले करता था, वो पहले तो ये सोचता कि मैं कितने कमा लूं इसमें से, है कि नहीं है? पहले तो अपने किसी 2-4 मंत्रियों को लगाता, भाई मार्केट से इकट्ठा कर लो। करता कि नहीं करता? रियल एस्टेट तो ऐसी चीज है जिसमें पता नहीं कितने पैसे कमा के चली गई पुरानी पार्टियां। अगर बेईमान मुख्यमंत्री होता, यही सबसे बड़ी सर्टिफिकेट है जो अभी मान साहब ने स्टेज से यहाँ पे अनाउंसमेंट किया है कि एक हम ईमानदार हैं, इसीलिए ये अनाउंसमेंट्स कर पा रहे हैं। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਉਦਯੋਗਿਕ ਗਤੀਵਿਧੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਆਉਂਦੇ ਦਿਨਾਂ ਵਿੱਚ ਉਦਯੋਗਿਕ ਫੋਕਲ ਪੁਆਇੰਟਾਂ ਤੇ ਸਨਅਤੀ ਜ਼ੋਨਾਂ ਦਾ ਕਾਇਆਕਲਪ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਸਨਅਤਕਾਰ ਮਿਲਣੀ ਵਿੱਚ ਇਕੱਤਰ ਹੋਏ ਸਨਅਤਕਾਰਾਂ ਨੂੰ ਲੁਧਿਆਣਾ ਵਿੱਚ ਸੰਬੋਧਨ ਕਰਦਾ ਮੁੱਖ ਮੰਤਰੀ ਨੇ ਕਿਹਾ ਕਿ ਫੋਕਲ ਪੁਆਇੰਟਾਂ ਤੇ ਸਨਅਤੀ ਜ਼ੋਨਾਂ ਦੀ ਹਾਲਤ ਬਹੁਤ ਮਾੜੀ ਹੈ, ਜਿਸ ਨਾਲ ਉਦਯੋਗ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ। उन्हें कहा कि आउंदे दिनों में इन्हां फोकल पॉइंटां ते सनअती जोनां दे व्यापक विकास नाल समस्या छेती ही दूर हो जाएगी। भगवंत सिंह मान ने कहा कि इस नेक कार्य लई विस्तारत रूपरेखा तैयार की गई है तां जो उद्योगपतियों नूं सहूलत देण दे नाल फोकल पॉइंटां दा मुहांदरा बदलिया जा सके। मुख्यमंत्री ने लेबर कलोनियां विच रह रहे लोगों को बिजली मीटर ते होर बुनियादी सहूलतां देण दा भी ऐलान किया। मुख्यमंत्री ने कहा कि सूबा सरकार ने किसी भी इमारत की उसारी लई इच्छुक उद्योगपतियों को वड्डी राहत दी है। उन्हें कहा कि जेकर किसी भी सनअतकार ने बेसमेंट लिए खुदाई करनी है तो उस लिए इन्वेस्ट पंजाब के पोर्टल उत्ते अपलाई करना होगा। मुख्यमंत्री ने ऐलान किया कि रिहायशी इलाकों तो शिफ्ट होने लई लुधियाना की सनअत नूं 3 वरियां की मुहलत दी जाएगी। देखो, इंडस्ट्री जिहड़ी आ वो 2 चीज़ां करके विश्वास करती है गौरमेंट ते। एक तो जे उहदे फ्रेंडली पॉलिसी बन जाए, दूसरा वो पॉलिसी लागू हो जाए तो हराशमेंट, खज्जल खुआरियां दफ्तर च ना होण, तो इंडस्ट्रीलिस्ट जिहड़ा है वो गौरमेंट नूं प्यार करन लग जांदा है कि साडी गौरमेंट है। वो नाल दे फिर किसी एग्जीबिशन ते जांदे आ, किते होर टूर ते जांदे आ, वो कहंदे आओ साडे कोले आओ यार, अपनी गौरमेंट है उत्थे। जदों मुख्यमंत्री दे दफ्तर चों फोन जावे, तुसी एक फोन करो किसी समस्या लिए, तो वापस 3 आउण अलग अलग डिपार्टमेंटां दे कि तुसीं फोन कीता सी जी, हो गया जी काम, हो असीं रिपोर्ट करनी है जी, तां फिर इंडस्ट्री विश्वास करती है जी कि हाँ लगे हुए ने, ठीक है। ताना बाना उलझिया काफ़ी सालों का, पर कोई नहीं, सुलझा लांगे। जदों तुसीं जर्मनी तो तुहाडे पार्टनर आउंदे ने इत्थे, तो प्रोडक्शन यूनिट देखण जांदे ने, लैके तुसीं जाने हो मर्सडीज BMW च, पर जाते जाते थोड़ा दिल नूं ना धुड़कू जिहा लग्या हुंदा, यार सड़क बहुत खराब है फोकल पॉइंट की, ये की सोचूगा यार। उन्होंने आए आए जिग-जैग करके लेके जाने, वो कहता यार इत्थे इत्थे है तुहाडी फैक्ट्री किते। ये जिहड़ा ना
फोकल पॉइंट दियां ते सैक्टर जिहड़ा इंडस्ट्रीयल पार्क या इंडस्ट्रीयल सैक्टर जिहड़ा ओहदियां जिहड़ियां सड़कां एक बारी ऐसियां बना दिए 15 साल उन्होंने बनाउण दी लोड़ ना पवे। ते नॉट ओनली फॉर लुधियाना, सारे फोकल पॉइंट दिल्ली च कीता सीगा सीएम साहब ने। दिल्ली च सारे फोकल पॉइंट दियां लाइटां, सीवरेज ते सड़कां भी सारियां नवीं बना दो। पर वो दिल्ली है क्योंकि उत्थे चंगा काम करन तो रोकते ने। OLG ने कोई फाइल दे विच टिक्का लाता, पर अपने कोले कोई ऐदां दी प्रॉब्लम नहीं, आपां ये इंप्लीमेंट कर सकते हैं। हुण इहदे विच तुहाडा सहयोग चाहिदा होगा मैनूं, शानदार लाइटिंग होवे ते नाल हुण लॉ एंड ऑर्डर करके तुसीं कहा सी तां असीं इंडस्ट्री दे विच एरिए दे विच फोकल पॉइंटां दे विच चौंकियां पुलिस दियां स्पैशली तुहाडे लेबर लई, तुहाडे लई जां कोई इस तरह दा कोई स्नैचिंग जां कोई रात नूं लेबर जांदी है वापस कोई इस तरह दा होवे तां इंडस्ट्रीयल चौंकियां पुलिस दियां असीं 6 लुधियाणे नूं असीं ਜਿਹੜੀਆਂ ਉਹ ਕਰਤੇ ਆ। ਹਫਤੇ ਦੇ ਵਿੱਚ ਨੋਟੀਫਿਕੇਸ਼ਨ ਹੋ ਕੇ ਤੇ ਉਹ ਆ ਜਾਣਗੇ ਉੱਥੇ ਜੀ। ਤੁਹਾਡੇ ਰੱਖਿਆ ਲਈ ਲੇਬਰ ਦੀ ਰੱਖਿਆ ਲਈ ਹੋਊਗਾ। ਇੱਕ ਜਿਹੜਾ ਵੱਡਾ ਮਸਲਾ ਸੀਗਾ ਅੱਜ ਮੈਂ ਉਹ ਵੀ ਅਨਾਉਂਸ ਕਰਨਾ ਚਾਹੁੰਦਾ। ਮੈਡਮ ਸ਼ੀਨਾ ਬੈਠੇ ਨੇ, ਮੇਰੇ ਕੋਲ ਆਏ ਸੀਗੇ, ਲੁਧਿਆਣੇ ਦੇ ਸਾਰੇ ਹੀ MLA ਆਏ ਸੀਗੇ। ਉਹ ਫੈਸਲਾ ਅਸੀਂ ਕਰ ਲਿਆ ਸੀਗਾ, ਜਿਵੇਂ ਤੁਹਾਡੀ ਲੇਬਰ ਜਾਂ ਕੋਈ ਅਨਅਥੋਰਾਈਜ਼ਡ ਕਲੋਨੀ ਬਣ ਗਈ, ਉੱਥੇ ਬਿਜਲੀ ਦਾ ਮੀਟਰ ਨਹੀਂ ਲੱਗਦਾ ਜੀ। ਚਲੋ ਸੜਕਾਂ ਜਾਂ ਸੀਵਰੇਜ ਤਾਂ ਉੱਥੇ ਕੀ ਬਣਿਆ ਅਨਅਥੋਰਾਈਜ਼ਡ ਹੈ, ਬਿਜਲੀ ਦਾ ਮੀਟਰ ਵੀ ਨਹੀਂ ਲੱਗਦਾ। ਸਰਕਾਰ ਨਾਲ ਰੌਲਾ ਚੱਲਦਾ, ਸਰਕਾਰ ਬਾਅਦ 'ਚ ਆਪਣਾ ਰੌਲਾ ਨਿਬੇੜ ਲੂਗੀ ਉਹਨਾਂ ਨਾਲ, ਸੀਵਰੇਜ ਦਾ ਜਾਂ ਬਿਜਲੀ ਦਾ ਜਾਂ ਕੋਈ ਵੀ ਹੋਰ। ਪਰ ਘੱਟੋ ਘੱਟ ਮੀਟਰ ਉਹਨਾਂ ਦੇ ਘਰੇ ਜਿਹੜੇ ਬੱਚੇ 5 6 7 8 10 ਸਾਲ ਦੇ ਨੇ ਪੜ੍ਹਦੇ ਹੋਣਗੇ, ਉਹ ਕਿਵੇਂ ਪੜ੍ਹਦੇ ਹੋਣਗੇ? ਫਿਰ ਇਹਦਾ ਮਤਲਬ ਦੀਵਾ ਲਾਉਂਦੇ ਹੋਣਗੇ ਉਹ, ਜਾਂ ਕੋਈ ਕਿਸ ਤਰ੍ਹਾਂ ਦੀ ਲਾਈਟ ਵਰਤਦੇ ਹੋਣਗੇ। ਸੋ ਮੈਂ ਨਹੀਂ ਚਾਹੁੰਦਾ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਬੱਚਾ ਹੋਵੇ ਜਿਹਨੂੰ ਅੱਜ ਦੇ ਜ਼ਮਾਨੇ 'ਚ ਕੋਈ ਦੀਵਾ ਬੱਤੀ ਜਾਂ ਮੋਮਬੱਤੀ ਬਾਲ ਕੇ ਪੜ੍ਹਨਾ ਪਵੇ। ਅਸੀਂ ਇਹ ਫੈਸਲਾ ਕੀਤਾ ਅਸੀਂ, ਕਿਉਂਕਿ ਇਹਦਾ ਕਿਹੜਾ ਬਿੱਲ ਆਉਣਾ ਹੈ, ਕਿਉਂਕਿ 600 ਯੂਨਿਟ ਤੱਕ ਤਾਂ ਬਿੱਲ ਮਾਫ ਹੀ ਹੈ। ਫਿਰ ਜੇ ਮਾਫ ਵਾਲਾ ਹੀ ਲਾਉਣਾ ਹੈ ਫਿਰ ਉਹਨਾਂ ਦੇ ਘਰੇ ਲਾ ਦਿੰਦੇ ਹਾਂ, ਸਾਰਿਆਂ ਦੇ ਘਰੇ ਬਿਜਲੀ ਬਿੱਲ, ਸਾਰਿਆਂ ਦੇ ਬਿਜਲੀ ਦੇ ਮੀਟਰ ਲਾਵਾਂਗੇ ਅਸੀਂ। ਅਨਅਥੋਰਾਈਜ਼ਡ ਦਾ ਜੋ ਮਰਜ਼ੀ ਅਸੀਂ ਉਹਨਾਂ ਦੇ ਘਰ ਦੀ ਜਿਹੜੇ ਉਹਨਾਂ ਦੇ ਬੇਸਿਕ ਨੀਡਸ ਨੇ, ਜਿਹੜੇ ਰਾਈਟਸ ਨੇ ਉਹਨਾਂ ਦੇ ਬੇਸਿਕ, वो नहीं असी खो सकते। भगवंत मान साहब ने अखबारों में बड़े बड़े ऐड देके एक नंबर जारी करा। उस नंबर पे उन्होंने कहा भाई पंजाब के जितने व्यापारी हैं, जितने इंडस्ट्रियलिस्ट्स हैं, अगर आपके कोई सुझाव है तो आप अपने सुझाव दीजिए। जैसा कि अभी चीफ सेक्रेटरी साहब ने बताया लगभग 1500 सुझाव आए। ये जो भगवंत मान साहब का नंबर था, ये कोई मामूली ऐरी गैरी किसी सरकारी सुझाव पेटी नहीं है, ये जापानी सजेशन बॉक्स स्कीम है। जापान की जैसे सजेशन बॉक्स स्कीम है कि एक सुझाव पढ़ा जाता है। यहां पे जितने आपके 1500 सुझाव आए, एक सुझाव को चीफ सेक्रेटरी और चीफ मिनिस्टर ने खुद बैठ के पिछले 2 महीने में पढ़ा और पढ़ने के बाद उसके ऊपर निर्णय लिया। और वो निर्णय लेने के बाद आज जो 58 अनाउंसमेंट, पॉलिसी अनाउंसमेंट्स जो किए गए हैं, एक पॉलिसी अनाउंसमेंट आप लोगों के सुझाव के ऊपर लिया गया है। कहने का मतलब केवल ये है कि हम आपके साथ कंधे से कंधा मिला के काम करना चाहते हैं, आपके सुझावों के हिसाब से हम आगे बढ़ना चाहते हैं। मैं परसों आया था पंजाब, परसों हम लोगों ने अमृतसर में एक शानदार स्कूल का उद्घाटन किया, उसके बारे में भी मैं चर्चा करूंगा। कल हम लोगों ने 2 जगह इसी तरह से इंडस्ट्रियलिस्ट के साथ मुलाकात की। किसी को यकीन नहीं हो रहा कि बिना चुनाव के, बिना इसके कैसे मुख्यमंत्री, और दिल्ली से भी मुख्यमंत्री, 2 मुख्यमंत्री शहर शहर में जाके लोगों से बात कर रहे हैं, इंडस्ट्रियलिस्ट से बात कर रहे हैं। आज तक कभी ऐसा हुआ ही नहीं था। किसी को यकीन नहीं हो रहा कि कभी ऐसा हुआ था कि पहले सुझाव मांगे गए और फिर इंडस्ट्रियलिस्ट के बीच में बिना चुनाव के, इंडस्ट्रियलिस्ट से की याद पहले तभी आती थी जब चुनाव के टाइम में पैसे की जरूरत होती, फंड रेजिंग के लिए बुलाते थे, अदरवाइज कोई नहीं बुला। किसी को यकीन नहीं हो रहा कि इस तरह का काम
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਪ੍ਰੇਰਣਾ ਸਰੋਤ ਹੈ, ਜਿਸ ਦੀ ਰੌਸ਼ਨੀ ਵਿੱਚ ਚੱਲਣਾ ਹਰੇਕ ਸਿੱਖ ਦਾ ਫਰਜ਼ ਹੈ। ਉਹਨਾਂ ਇਸ ਸੰਬੰਧੀ ਕਰਵਾਏ ਜਾਣ ਵਾਲੇ ਸਮਾਗਮ ਦੇ ਵੇਰਵੇ ਸਾਂਝੇ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਭਲਕੇ ਮਨਾਇਆ ਜਾਵੇਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। 16 ਸਤੰਬਰ 2023 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ। ਔਰ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੂੰ ਲਿਖਾਰੀ ਲਾ ਕੇ ਤੇ ਗੁਰਬਾਣੀ ਲਿਖਵਾਈ ਸੀ, ਨਗਰ ਕੀਰਤਨ ਸਵੇਰ ਦੇ ਠੀਕ 7 ਵਜੇ ਗੁਰਦੁਆਰਾ ਰਾਮਸਰ ਸਾਹਿਬ ਜੀ ਤੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸਤਿਗੁਰੂ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਣਾ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਕੇ ਇਸ ਅਲੌਕਿਕ ਨਜ਼ਾਰੇ ਦੇ ਦਰਸ਼ਨ ਦਿਦਾਰੇ ਕਰਦੀ ਹੈ। ਸਤਿਗੁਰਾਂ ਨੂੰ ਆ ਕੇ ਨਤਮਸਤਕ ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਦਰਸ਼ਨ ਕਰਦੀ ਹੈ। ਉੱਥੇ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਹਨਾਂ ਸਾਰੇ ਹੀ ਹੋਣ ਵਾਲੇ ਸਮਾਗਮਾਂ ਵਿੱਚ ਔਰ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰੋ, ਇਸ ਜੀਵਨ ਨੂੰ ਬਸਰ ਕਰੋ। ਔਰ ਸਤਿਗੁਰੂ ਦਾ ਜੋ ਉਪਦੇਸ਼ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲੱਗੀਏ, ਸਤਿਗੁਰਾਂ ਨੂੰ ਨਤਮਸਤਕ ਹੋਈਏ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆ ਕੇ ਦਰਸ਼ਨ ਦਿਦਾਰੇ ਕਰੀਏ। ਇਸੇ ਸਬੰਧ ਵਿੱਚ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਅਲੌਕਿਕ ਜਲੌ ਵੀ ਸਜਾਏ ਜਾਣਗੇ ਔਰ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਹੈ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸੰਸਾਰ ਭਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਬਾਘਾ ਪੁਰਾਣਾ ਪਹੁੰਚੇ। ਟਕਸਾਲੀ ਅਕਾਲੀ ਆਗੂ ਗੁਰਜੰਟ ਸਿੰਘ ਭੁੱਟੋ ਰੋਡੇ ਦੇ ਗ੍ਰਹਿ ਵਿਖੇ ਉਹਨਾਂ ਨੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰੇ ਕੀਤੇ ਅਤੇ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਜਲਦ ਹੀ ਦੱਸਾਂਗੇ ਕਿ ਅਕਾਲੀ ਦਲ ਕਿਸ ਵੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਰੋਜ਼ਾ ਸ਼ਰੀਫ ਸਰਹਿੰਦ ਵਿੱਚ ਹਜ਼ਰਤ ਸ਼ੇਖ ਅਹਿਮਦ ਮੁਜੱਦਦ ਅਲ-ਫਸਾਨੀ ਦੀ ਯਾਦ ਵਿੱਚ ਲੱਗਣ ਵਾਲੇ ਸਾਲਾਨਾ 3 ਰੋਜ਼ਾ 410ਵੇਂ ਉਰਸ ਦੌਰਾਨ ਪਾਕਿਸਤਾਨ ਤੋਂ ਆਏ ਜਥੇ ਦਾ ਸਨਮਾਨ ਕੀਤਾ ਗਿਆ ਅਤੇ ਪਾਕਿਸਤਾਨ ਦਾ ਜਥਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਜਥੇ ਨੂੰ ਜੀ ਆਇਆਂ ਨੂੰ ਕਿਹਾ ਅਤੇ ਜਥੇ ਦੇ ਨੁਮਾਇੰਦਿਆਂ ਨੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ। ਰੋਜ਼ਾ ਸ਼ਰੀਫ ਦੇ ਸਾਲਾਨਾ ਪ੍ਰੋਗਰਾਮ ਦੇ ਵਿੱਚ ਪਾਕਿਸਤਾਨ ਤੋਂ ਜਥਾ ਆਇਆ, ਜਿਹੜਾ ਕਿ ਹਰੇਕ ਸਾਲ ਆਉਂਦਾ ਹੈ ਔਰ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਤੇ ਸਮੁੱਚੀ ਮੈਨੇਜਮੈਂਟ ਵੱਲੋਂ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਗਿਆ ਤੇ ਚਾਹ ਪਾਰਟੀ ਕੀਤੀ ਗਈ ਹੈ। ਔਰ ਮੈਂ ਸਮੁੱਚੇ ਜਿਹੜੇ ਪਾਕਿਸਤਾਨ ਤੋਂ ਭਾਰੀ ਆਏ ਨੇ ਜਾਂ ਦਿੱਲੀ ਅਵੈਸੀ ਜੋ ਆਏ ਨੇ ਪਾਕਿਸਤਾਨ ਅਵੈਸੀ ਚੋਂ, ਉਹਨਾਂ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਉਹਨਾਂ ਦਾ। जी हमें यहाँ कर बड़ी खुशी हुई, सानू वाकई इत्थे आके जड़ा ना बड़ा सरूर आया। तो मैं खसूसी तौर पर एज ए पाकिस्तानी ग्रुप लीडर श्रोमणी अकाली दल उन्हों का शुक्रिया अदा करना तहे दिल तो। साड़ी आपस कन्वरसेशन दोवां तरफा उन्होंने खुल के साड़ी भी गल सुनी, असी इन्हां दीयां गल्लां सुनियां ते नाल साडे जिहड़े ऑफिशियल सी उन्हां भी कहा जी असी इंशाअल्लाह गौरमेंट टू गौरमेंट कोशिश करांगे कि जिहड़ियां गल्लां होईयां जिहड़ियां तजवीज़ां आईयां उन्हां दे उत्ते जिहड़ा ना अमल भी कीता जाए। तो उम्मीद है कि कल नूं तुसीं साडे नाल आओगे ते असीं भी इंज ही तुहानूं वैलकम करांगे जिस तरह तुसां सानूं कीता। ते इंशाअल्लाह उम्मीद है कि ਇਹ तलक ये प्यार ये मुहब्बत दिन ब दिन वधदा जाए। ਕੋਟਕਪੂਰਾ ਗੋਲੀकांड ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕੋਟਕਪੂਰਾ ਗੋਲੀकांड ਦੇ ਮਾਮਲੇ ਵਿੱਚ
SIT ਨੇ ਚੌਥੀ ਚਾਰਜਸ਼ੀਟ ਦਾਖਲ ਕੀਤੀ ਹੈ। ਫਰੀਦਕੋਟ ਦੀ ਅਦਾਲਤ ਵਿੱਚ ਕੋਟਕਪੂਰਾ ਗੋਲੀकांड ਦੇ ਮਾਮਲੇ ਵਿੱਚ 22 ਪੰਨਿਆਂ ਦੀ ਇਹ ਨਵੀਂ ਚਾਰਜਸ਼ੀਟ ਦਾਖਲ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ 3 ਚਲਾਨ ਪਹਿਲਾਂ ਪੇਸ਼ ਹੋ ਚੁੱਕੇ ਨੇ ਤੇ ਅੱਜ ਵਾਲੇ ਚਲਾਨ ਵਿੱਚ ਧਾਰਾ 118 ਤੇ 119 ਲਗਾਈ ਗਈ ਹੈ। ਗਲਤ ਜਾਣਕਾਰੀ ਦੇਣ ਦੇ ਮੱਦੇਨਜ਼ਰ ਇਹ ਧਾਰਾ ਲਗਾਈ ਜਾਂਦੀ ਹੈ ਅਤੇ ਇਸ ਮਾਮਲੇ ਦੀ ਜਾਂਚ LK ਯਾਦਵ ਦੀ ਅਗਵਾਈ ਵਾਲੀ SIT ਕਰ ਰਹੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਕਮਲਜੀਤ ਸਿੰਘ ਜਰਾਣਾ ਨੇ ਕਿਹਾ ਕਿ ਲਗਾਤਾਰ ਸੰਗਤ ਦੀ ਸੇਵਾ ਵਾਸਤੇ ਮੁਫਤ ਮੈਡੀਕਲ ਕੈਂਪ ਅੱਗੇ ਵੀ ਲਗਾਏ ਜਾਣਗੇ। ਉਨ੍ਹਾਂ ਇਸ ਉਪਰਾਲੇ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦੇ ਮੱਦੇਨਜ਼ਰ 30 ਸਤੰਬਰ ਤੱਕ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ। ਅੱਜ ਮਾਨਯੋਗ ਪ੍ਰਧਾਨ ਭੁਪਿੰਦਰ ਸਿੰਘ ਜੀ ਸੰਧ ਤੇ ਐਗਜ਼ੈਕਟਿਵ ਮੈਂਬਰ ਬੀਬੀ ਰਵਿੰਦਰ ਕੌਰ ਜੀ ਅਜਰਾਣਾ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਆਰੋਗਿਅਮ ਹਸਪੀਟਲ ਦੀ ਜਿਹੜੀ ਸਾਰੀ ਟੀਮ ਹੈ ਇੱਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਇੱਥੇ ਸਵੇਰ ਦੇ ਮੈਡੀਕਲ ਕੈਂਪ ਲਾ ਕੇ ਟੈਸਟ ਕਰ ਰਹੇ ਨੇ। ਇਹਦੇ ਵਿੱਚ ਬੇਸਿਕ ਟੈਸਟ ਕਰ ਰਹੇ ਨੇ, ਨਾਲ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, BP ਟੈਸਟ ਕੀਤਾ ਜਾਂਦਾ, ਸ਼ੂਗਰ ਟੈਸਟ ਕੀਤੇ ਜਾਂਦੇ ਨੇ ਤੇ ਦੂਜੇ ਵੀ ਟੈਸਟ ਦੀਆਂ ਇੱਥੋਂ ਪਰਚੀ ਦਿੱਤੀ ਜਾਂਦੀ ਹੈ ਤਾਂ ਕਿ ਹਸਪੀਟਲ ਦੇ ਵਿੱਚ ਜਾ ਕੇ ਉਹ ਰਿਆਇਤ ਮਿਲਦੀ ਉਹਦੇ ਨਾਲ ਟੈਸਟਾਂ ਦੇ ਵਿੱਚ, ਉਹਦੀ ਵਿੱਚ ਵੀ ਰਿਆਇਤ ਮਿਲਦੀ ਹੈ ਤੇ ਹੋਰ ਵੀ ਜਿਹੜੇ ਟੈਸਟ ਨੇ ਉਹ ਇੱਥੇ ਕੀਤੇ ਜਾਂਦੇ ਨੇ। ਮੈਂ ਧੰਨਵਾਦ ਕਰਨਾ ਵਾ ਮਾਨਯੋਗ ਪ੍ਰਧਾਨ ਸਾਹਿਬ ਭੁਪਿੰਦਰ ਸਿੰਘ ਜੀ ਸੰਸਦ ਜੀ ਦਾ। ਉਹ ਵਿਸ਼ੇਸ਼ ਤੌਰ ਦੇ ਉੱਤੇ ਥਾਂ ਦੇ ਉੱਤੇ ਜਿਹੜੇ ਮੈਡੀਕਲ ਕੈਂਪ ਨੇ ਉਹ ਵੀ ਲਵਾ ਰਹੇ ਨੇ। ਉਹਦੇ ਨਾਲ ਜਿਹੜੇ ਪ੍ਰਬੰਧ ਦੇ ਯੋਗ ਜੋ ਪ੍ਰਬੰਧ ਜਿਹਨੂੰ ਆਪਾਂ ਕਹਿ ਰਹੇ ਹਾਂ ਜਿਹਦੀਆਂ ਪਿਛਲੇ ਟਾਈਮ ਦੇ ਵਿੱਚ ਕੁਝ ਤਰੁੱਟੀਆਂ ਆ ਚੁੱਕੀਆਂ ਸਨ ਉਹਨਾਂ ਤੇ ਵੀ ਗੌਰ ਕਰਕੇ ਇੱਕ ਹਰਿਆਣਾ ਕਮੇਟੀ ਦਾ ਨਾਂ ਦੁਨੀਆ ਦੇ ਵਿੱਚ ਪਹਿਚਾਣ ਦੇ ਲਈ ਇੱਕ ਕਦਮ ਚੁੱਕ ਰਹੇ ਨੇ ਤੇ ਸਮੁੱਚੀ ਉਹਨਾਂ ਦੀ ਟੀਮ ਦਾ, ਸਾਰੇ ਮੈਂਬਰ ਸਾਹਿਬਾਨਾਂ ਦਾ, ਜਿਹੜੇ ਕਿ ਗੁਰਦੁਆਰਾ ਦੇ ਪ੍ਰਬੰਧ, ਸਕੂਲਾਂ ਦੇ ਪ੍ਰਬੰਧ ਤੇ ਮੈਡੀਕਲ ਦੇ ਪ੍ਰਬੰਧ, ਜਿਹੜੀ ਸਾਡੀਆਂ ਗੁਰਦੁਆਰਾ ਸਾਹਿਬ ਦੇ ਨਾਲ ਅਟੈਚ ਜ਼ਮੀਨਾਂ ਨੇ ਉਹਨਾਂ ਦੇ ਪ੍ਰਬੰਧ, ਉਹਦੇ ਨਾਲ ਐਜੂਕੇਸ਼ਨ ਦੇ ਨਵੇਂ ਐਜੂਕੇਸ਼ਨ ਦੇ ਜੋ ਆਪਣੇ ਖੋਲਣਾ ਚਾਹੁੰਦੇ ਆ ਸਕੂਲ, ਉਹਦੇ ਉੱਤੇ ਵੀ ਅਸੀਂ ਗੌਰ ਕਰ ਰਹੇ ਹਾਂ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਕਿ ਕੁਰੂਕਸ਼ੇਤਰ ਦੇ ਵਿੱਚ ਵੀ ਸਾਨੂੰ ਇੱਕ ਖਾਲਸਾ ਸਕੂਲ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਲਦ ਤੋਂ ਜਲਦ ਕੁਰੂਕਸ਼ੇਤਰ ਦੇ ਵਿੱਚ ਵੀ ਇਹ ਵੱਡੀ ਸੌਗਾਤ ਦਿੱਤੀ ਜਾਏਗੀ। ਨਾਲ ਹੀ ਸਾਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਦੇ ਨਾਲ ਲੱਗਦੀ ਜ਼ਮੀਨ ਅਸੀਂ ਸਰਕਾਰ ਤੋਂ ਮੰਗੀ ਹੈ ਤਾਂ ਕਿ ਇੱਥੇ ਅਸੀਂ ਵਧੀਆ ਬਿਹਤਰ ਸੇਵਾਵਾਂ, ਜਿਹੜੀ ਨਵੀਂ ਸਰਾਂ ਦੀ ਜਿਹੜੀ ਇੱਥੇ ਜ਼ਰੂਰਤ, ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਪੁਰਾਣੀ ਇਮਾਰਤ ਬਣ ਚੁੱਕੀ ਹੈ ਢਾਹ ਕੇ ਵਧੀਆ ਇਮਾਰਤਾਂ ਜਿਹੜੀਆਂ ਸਰਾਂ ਦੀਆਂ ਠਹਿਰਨ ਦੀਆਂ, ਕਿਉਂਕਿ ਇੱਕ ਕੁਰੂਕਸ਼ੇਤਰ ਇੱਕ ਧਾਰਮਿਕ ਸਥਲ ਹੈ। ਦੁਨੀਆ ਬਾਹਰੋਂ ਬਹੁਤ ਦੂਰੋਂ ਹਰ ਧਰਮ ਦਾ ਲੋਕ ਇੱਥੇ ਦਰਸ਼ਨਾਂ ਵਾਸਤੇ ਆਉਂਦੇ ਨੇ ਤੇ ਦਰਸ਼ਨਾਂ ਵਾਸਤੇ ਜਦੋਂ ਕੁਰੂਕਸ਼ੇਤਰ ਦੇ ਵਿੱਚ ਆਉਂਦੇ ਨੇ ਤੇ ਲੰਗਰ ਦੇ ਵਾਸਤੇ ਇੱਕੋ ਜਗ੍ਹਾ ਮਿਲਦੀ ਹੈ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਲੰਗਰ ਦੀ ਸੇਵਾ ਜਿਹੜੀ ਮਿਲਦੀ ਹੈ ਸਾਨੂੰ ਇਹ ਵਿਰਾਸਤ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀ ਹੈ। ਸਾਨੂੰ ਇਹ ਮਾਣ ਮਿਲਦਾ ਹੈ ਕਿ ਦੁਨੀਆ ਨੂੰ ਅਗਰ ਕਿਤੇ ਭੁੱਖੇ ਨੂੰ ਅਗਰ ਰੋਟੀ ਦੀ ਲੋੜ ਪੈਂਦੀ ਹੈ ਤੇ ਨਿਸ਼ਾਨ ਸਾਹਿਬ ਦੇਖ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਹੈ। 24 ਘੰਟੇ ਲੰਗਰ ਚੱਲਦੇ ਨੇ, ਇੱਥੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ। ਇਸ ਗੱਲ ਦਾ ਸਾਨੂੰ ਮਾਣ ਹੈ। ਭਾਜਪਾ ਦੇ ਕੌਮੀ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਯੂਪੀ ਦੌਰੇ ਵੇਲੇ ਹਾਪੁੜ, ਰਾਮਪੁਰ, ਮੁਰਾਦਾਬਾਦ ਅਤੇ ਰੁਦਰਪੁਰ ਸਮੇਤ ਅਨੇਕਾਂ ਥਾਵਾਂ ਉੱਤੇ ਸਿੱਖ ਸੰਗਤ ਨੇ ਨਿੱਘਾ ਸਵਾਗਤ ਕੀਤਾ ਅਤੇ ਥਾਂ ਉੱਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਸਿਰਸਾ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਰਾਮਪੁਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਾਬਾਦ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੁਦਰਪੁਰ, ਪਿੰਡ ਮਲਕਪੁਰ, ਜ਼ਿਲ੍ਹਾ ਹਾਪੁੜ, ਗੁਰਦੁਆਰਾ ਗੁਰੂ ਨਾਨਕ ਧਾਮ ਸ਼ਾਹਜਹਾਂਪੁਰ, ਅਮਰੋਹਾ, ਗਜਰੌਲਾ, ਚੌਧਰੀ ਚਰਨ ਸਿੰਘ ਚੌਕ, ਮੁਰਾਦਾਬਾਦ ਸਮੇਤ ਅਨੇਕਾਂ ਥਾਵਾਂ ਤੇ ਗੁਰਧਾਮਾਂ ਵਿੱਚ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਉਹਨਾਂ ਨੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਰੁਦਰਪੁਰ ਵਿੱਚ ਵੀ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ। ਇਹਨਾਂ ਸਭ ਥਾਵਾਂ ਉੱਤੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤ ਨੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਮਾਣ ਤੇ ਸਤਿਕਾਰ ਦੇਣ ਲਈ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਅੰਮ੍ਰਿਤਸਰ ਸਾਹਿਬ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਨਾਜਾਇਜ਼ ਤੌਰ ਉੱਤੇ ਬਣ ਰਹੀ ਬਿਲਡਿੰਗ ਉੱਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਹਥੌੜਾ ਚੱਲਿਆ। ਇਹ ਉਸਾਰੀ ਨਾਜਾਇਜ਼ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਢਾਹਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ATP ਅਰੁਣ ਸ਼ਰਮਾ ਨੇ ਕਿਹਾ ਕਿ ਨਾਜਾਇਜ਼ ਤੌਰ ਉੱਤੇ ਬਿਲਡਿੰਗ ਉਸਾਰੀ ਗਈ ਸੀ ਅਤੇ 6 ਮੰਜ਼ਿਲ ਬਿਲਡਿੰਗ ਬਣਾਈ ਗਈ ਸੀ, ਜਿਸ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ।
ਰੇਲਵੇ ਸਟੇਸ਼ਨ ਦੇ ਬਾਹਰ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਅਧਿਕਾਰੀ ਸ਼ਿਆਮ ਲਾਲ ਨੂੰ ਮੁਅੱਤਲ ਕੀਤਾ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਬਜ਼ੁਰਗ ਦੀ ਕੁੱਟਮਾਰ ਕਰਦਾ ਵਿਖਾਈ ਦਿੱਤਾ ਸੀ। ਉਹਨਾਂ ਕਿਹਾ ਕਿ ਵੀਡੀਓ ਦੇ ਆਧਾਰ ਉੱਤੇ ਸ਼ਿਆਮ ਲਾਲ ਦੇ ਖਿਲਾਫ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ। ASI ਸ਼ਾਮ ਲਾਲ ਜੋ ਕਿ ਅਨਾਜ ਮੰਡੀ ਥਾਣਾ ਪਟਿਆਲਾ 'ਚ ਪੋਸਟਡ ਆ, ਉਹ ਇੱਕ ਬਜ਼ੁਰਗ ਸਰਦਾਰ ਨੂੰ ਡੰਡੇ ਰਾਹੀਂ ਕੁੱਟ ਰਿਹਾ ਆ। ਇਮੀਡੀਏਟਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ASI ਸ਼ਾਮ ਲਾਲ ਦੀ ਇਸ ਮਾੜੀ ਕਰਤੂਤ ਲਈ ਉਹਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਅਤੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਟਿਆਲਾ ਪੁਲਿਸ ਪਟਿਆਲਾ ਦੇ ਸਾਰੇ ਸਿਟੀਜ਼ਨਸ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਆ ਅਤੇ ASI ਸ਼ਾਮ ਲਾਲ ਜਿਹਨੇ ਇਸ ਮਾੜੀ ਕਰਤੂਤ ਨੂੰ ਅੰਜਾਮ ਦਿੱਤਾ ਆ, ਉਹਨੂੰ ਮਹਿਕਮਾਨਾ ਕਾਰਵਾਈ ਅਮਲ 'ਚ ਲਿਆਂਦੇ ਹੋਏ ਬਣਦੀ ਸਜ਼ਾ ਦਿੱਤੀ ਜਾਊਗੀ ਐਂਡ ਉਸ ਨੂੰ ਇਮੀਡੀਏਟਲੀ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਅੱਜ ਹੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਹੈ ਤੇ ਉਸ ਨੂੰ ਐਗਜ਼ਾਮਿਨ ਕਰ ਰਹੇ ਹਾਂ ਕਿ ਕਿਸ ਹਾਲਾਤ ਦੇ ਵਿੱਚ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਔਰ ਅਜਿਹਾ ਕਿਉਂ ਕੀਤਾ ਗਿਆ, ਡੰਡੇ ਮਾਰਨ ਵਾਲੀ ਨੌਬਤ ਕਿਉਂ ਆਈ ਹੈ, ਕੀ ਹੈ, ਇਹਨੂੰ ਅਸੀਂ ਡਿਟੇਲ 'ਚ ਥੋਰੋਲੀ ਇਨਵੈਸਟੀਗੇਟ ਕਰਕੇ ਫਰਦਰ ਜੋ ਸਾਡਾ ਡਿਪਾਰਟਮੈਂਟ ਇਲੈਕਸ਼ਨ ਹੁੰਦਾ ਸੀ ਕਰਾਂਗੇ। ਸਰ ਇਹ ਵੀਡੀਓ ਕਿਤੇ ਦੀ ਘਟਨਾ ਹੈ ਵਾਲੀ ਚੈੱਕ ਤੁਹਾਨੂੰ ਕਿਹਾ ਮੈਂ ਵੀਡੀਓ ਦੀ ਜਿਹੜੀ ਲੋਕੇਸ਼ਨ ਆ ਉਹ ਵੀ ਵੇਖਾਂਗੇ ਔਰ ਕਿਹਨਾਂ ਹਾਲਾਤਾਂ ਦੇ ਵਿੱਚ ਹੋਈ ਉਹ ਵੀ ਵੇਖਾਂਗੇ। ਉਸ ਤੋਂ ਬਾਅਦ ਮੁਲਾਜ਼ਮ ਕਿਹੜੇ ਪੋਸਟ ਤੇ ਇਹ ਮੁਲਾਜ਼ਮ ਵੇਖਣ ਨੂੰ ਤਾਂ ਮਤਲਬ ਕਿ ਅਨਾਜ ਮੰਡੀ ਥਾਣੇ ਦਾ ਲੱਗਦਾ, ਸ਼ਾਮ ਲਾਲ ASI ਲੱਗ ਰਿਹਾ ਪਰ ਉਹਨੂੰ ਅਸੀਂ ਬੁਲਾ ਕੇ ਉਹਦੀ ਪੁੱਛਗਿੱਛ ਕਰਾਂਗੇ ਤੇ ਜਿਹੜੇ ਬੰਦੇ ਨਾਲ ਹੋਇਆ ਉਹਨੂੰ ਵੀ ਗੱਲਬਾਤ ਕਰਾਂਗੇ, ਫਿਰ ਪਤਾ ਲੱਗੇਗਾ ਵੀ ਕੀ ਵਜ੍ਹਾ ਸੀ, ਕਿਉਂ ਹੋਇਆ ਤੇ ਕੀ ਹੋਇਆ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਘਰ ਤੱਕ ਮੁਹੱਈਆ ਕਰਵਾਉਣ ਤੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਬੀਰ ਸਿੰਘ ਅਤੇ ਫੂਡ ਸੇਫਟੀ ਅਫਸਰ ਮਨੀਸ਼ ਕੁਮਾਰ ਅਤੇ ਫੂਡ ਸੇਫਟੀ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ-ਵੱਖ ਮਿਠਾਈਆਂ ਦੀਆਂ ਦੁਕਾਨਾਂ ਤੋਂ 11 ਸੈਂਪਲ ਲਏ ਗਏ, ਜਿਨ੍ਹਾਂ ਨੂੰ ਚੈਕਿੰਗ ਵਾਸਤੇ ਖਰੜ ਲੈਬ ਵਿੱਚ ਭੇਜ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਸੈਂਪਲ ਦੀ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਫੂਡ ਸੇਫਟੀ ਅਫਸਰ ਮਨੀਸ਼ ਕੁਮਾਰ ਅਤੇ ਰਾਮ ਲੁਭਾਇਆ, ਨਰੇਸ਼ ਕੁਮਾਰ ਅਤੇ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸਨ। ਅੱਜ ਇੱਥੇ ਖੜੇ ਹਾਂ ਜਹਾਨ ਖੇਲਾਂ 'ਚ ਤੇ ਇੱਥੇ ਬੜਾ ਅੱਛਾ ਕੰਮ ਆਏ ਸ਼ੌਪ ਦਾ, ਲੋਕਾਂ ਨੂੰ ਸਪਲਾਈ ਵੀ ਬਹੁਤ ਕਰਦਾ, ਬੜੀ ਮਠਿਆਈ ਆਲੇ ਦੁਆਲੇ ਫੀਲਡ ਵਿੱਚ ਜਾਂਦੀ ਹੈ। ਤਾਂ ਪਰਪਸ ਸੀਗਾ ਕੁੱਲ ਮਿਲਾ ਕੇ ਵੀ ਇਹਦਾ ਦੇਖਿਆ ਜਾਵੇ ਮਠਿਆਈ ਦਾ ਸਟੈਂਡਰਡ ਕੀ ਆ, ਮਿਆਰੀ ਮਠਿਆਈ ਦਿੰਦਾ ਤੇ ਅੱਜ ਇੱਥੇ ਸੈਂਪਲ ਲੈ ਰਹੇ ਹਾਂ, ਪਨੀਰ ਦਾ ਸੈਂਪਲ ਲਵਾਂਗੇ, ਹੋਰ ਵੀ ਜਿਹੜਾ ਵਾਜਬ ਲੱਗਿਆ ਲਾਵਾਂਗੇ। ਬਾਕੀ ਇਹਦੀ ਵਰਕਸ਼ਾਪ ਦੀ ਵੀ ਚੈਕਿੰਗ ਕੀਤੀ ਆ, ਜਿੱਥੇ ਕਿਤੇ ਹੁਣ ਤਾਈਆਂ ਪਾਈਆਂ ਉਹਨੂੰ ਅਵੇਅਰ ਕਰ ਦਿੱਤਾ ਗਿਆ ਵੀ ਉਹਨੂੰ ਠੀਕ ਕਰ ਲਓ। ਜਲੰਧਰ ਸ਼ਹਿਰ ਵਿੱਚ ਗੁੰਡਾਗਰਦੀ, ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਰ ਰਾਤ PAP ਚੌਂਕ ਵਿੱਚ ਲੁੱਟਖੋਹ ਦਾ ਮਾਮਲਾ ਸਾਹਮਣੇ ਹੈ। ਲੁਟੇਰੇ ਨੇ ਸਭ ਤੋਂ ਪਹਿਲਾਂ ਆਪਣੀ ਬੁਲੈਰੋ ਕਾਰ ਨਾਲ ਸੈਲੂਨ ਤੋਂ ਘਰ ਪਰਤ ਰਹੇ ਨੌਜਵਾਨ ਦੀ ਕਾਰ ਨੂੰ ਟੱਕਰ ਮਾਰੀ। ਜਦੋਂ ਨੌਜਵਾਨ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ 3 ਨੌਜਵਾਨਾਂ ਨੇ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਅਤੇ ਕਾਰ ਵਿੱਚ ਰੱਖੀ ਤਕਰੀਬਨ 20,000 ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖਮੀ ਦੇ ਭਰਾ ਸ਼ਾਹਰੁਖ ਨੇ ਦੱਸਿਆ ਕਿ ਪੀੜਤ ਸੂਰਿਆ ਐਨਕਲੇਵ ਨੇੜੇ ਸੈਲੂਨ ਚਲਾਉਂਦਾ ਹੈ। ਉਹ ਰਾਤ ਨੂੰ ਕੰਮ ਤੋਂ ਬਾਅਦ ਘਰ ਪਰਤ ਰਿਹਾ ਸੀ ਕਿ ਇਹ ਘਟਨਾ ਵਾਪਰ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਾਂਡਾ ਉੜਮੜ ਵਿੱਚ ਅੱਜ ਤਕਰੀਬਨ ਸ਼ਾਮ 5 ਵਜੇ ਮੂਣਕ ਗਿਲਜੀਆਂ ਰੋਡ ਉੱਤੇ ਇੱਕ ਫਰੂਟ ਵੇਚ ਕੇ ਆ ਰਹੇ ਪ੍ਰਵਾਸੀ ਮਜ਼ਦੂਰ ਕੋਲੋਂ 3 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਡੰਡਿਆਂ ਦੇ ਦਮ ਉੱਤੇ ਤਕਰੀਬਨ 4,000 ਰੁਪਏ ਲੁੱਟ ਲੈਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੀਰਪਾਲ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਫਰੂਟ ਵੇਚ ਕੇ ਵਾਪਸ ਆ ਰਿਹਾ ਸੀ ਤਾਂ ਪਿੱਛੋਂ ਆ ਰਹੇ ਇੱਕ ਮੋਟਰਸਾਈਕਲ ਤੇ ਸਵਾਰ ਹੋਏ 3 ਵਿਅਕਤੀਆਂ ਵੱਲੋਂ ਉਸ ਦੀ ਰੇਹੜੀ ਵਿੱਚ ਮੋਟਰਸਾਈਕਲ ਮਾਰਿਆ ਤੇ ਉਸ ਨੂੰ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਉਸ ਦਾ ਬਟੂਆ ਖੋਇਆ ਤੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ ਗਈ ਹੈ। ਨੰਗਲ ਪੁਲਿਸ ਨੇ 12 ਸਤੰਬਰ ਦੀ ਰਾਤ ਨੂੰ ਮਨਜਿੰਦਰ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰਨ ਵਾਲੇ 9 ਮੁਲਜ਼ਮਾਂ ਵਿੱਚੋਂ 2 ਮੁੱਖ ਮੁਲਜ਼ਮਾਂ ਬਿੱਕਾ ਅਤੇ ਸਤੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪੁਸ਼ਟੀ ਖੁਦ DSP ਸਤੀਸ਼ ਸ਼ਰਮਾ ਨੇ ਕੀਤੀ ਹੈ। ਇਸ ਹਮਲੇ ਵਿੱਚ ਮ੍ਰਿਤਕ ਦੀ ਪਤਨੀ ਵੀ ਗੰਭੀਰ ਜ਼ਖਮੀ ਹੋ ਗਈ ਸੀ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ DSP ਨੰਗਲ ਸਤੀਸ਼ ਸ਼ਰਮਾ ਨੇ ਦੱਸਿਆ ਕਿ ਰੰਜਿਸ਼ ਤੇ ਚੱਲਦਿਆਂ ਮਨਜਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ ਤੇ ਇਸ ਹਮਲੇ ਵਿੱਚ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ। ਉਹਨਾਂ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਬਾਕੀ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਕ ਅਸੀਂ ਬਿੱਕਾ ਫੜਿਆ ਜੀ, ਇੱਕ ਸਤੀਸ਼ ਕਾਕਾ ਫੜਿਆ ਜੀ। ਸਰ ਕੀ ਕਾਰਵਾਈ ਅੱਗੇ ਚੱਲ ਰਹੀ ਹੈ? ਇਹਨਾਂ ਦੀ ਗ੍ਰਿਫਤਾਰੀ ਅਸੀਂ ਪਾ ਲਈ। ਅੱਗੇ ਵੀ ਅਸੀਂ ਪੁਲਿਸ ਦੀਆਂ ਸਾਡੀਆਂ ਟੀਮਾਂ CIA ਇੰਚਾਰਜ ਤਾਂ SHO ਆਨੰਦਪੁਰ ਸਾਹਿਬ, ਸਾਡੇ ਚੌਂਕੀ ਇੰਚਾਰਜ ਸਾਹਿਬ, ਸਾਰੇ ਅਸੀਂ ਲਾ ਰੱਖੇ। ਮੈਂ ਖੁਦ ਆਪ ਲੀਡ ਕਰਦਾ ਤੇ
ਇੱਕ ਅੱਧੇ ਦਿਨ 'ਚ ਅੱਜ ਸ਼ਾਮ ਨੂੰ ਜਾਂ ਕੱਲ੍ਹ ਤੱਕ 2-3 ਹੋਰ ਆ ਜਾਣਗੇ, ਕਰ ਲਵਾਂਗੇ। ਤੇ ਬਾਕੀ 8 ਸੀ, ਇਹਦੇ ਵਿੱਚ 1-2 ਦਿਨਾਂ 'ਚ ਸਾਰੇ ਗ੍ਰਿਫਤਾਰ। ਜਲੰਧਰ ਵਿੱਚ ਇੱਕ ਜਿਮ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ। ਪੀੜਤ ਦਾ ਨਾਮ ਸਾਹਿਬ ਦੱਸਿਆ ਜਾ ਰਿਹਾ ਹੈ, ਜੋ ਜਿਮ ਵਿੱਚ ਵਰਕਆਊਟ ਕਰਨ ਲਈ ਆਪਣੇ ਸਪਲੈਂਡਰ ਮੋਟਰਸਾਈਕਲ ਉੱਤੇ ਆਇਆ ਸੀ। ਜਦੋਂ ਵਰਕਆਊਟ ਕਰਕੇ ਜਿਮ ਵਿੱਚੋਂ ਬਾਹਰ ਨਿਕਲਿਆ ਤਾਂ ਉਸਨੇ ਵੇਖਿਆ ਕਿ ਉਸਦਾ ਮੋਟਰਸਾਈਕਲ ਉਸ ਥਾਂ ਉੱਤੇ ਨਹੀਂ ਸੀ ਜਿੱਥੇ ਉਸਨੇ ਖੜਾ ਕੀਤਾ ਸੀ। ਉਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਦੇ ਬਸਤੀ ਬਾਵਾ ਸਪੋਰਟਸ ਏਰੀਆ ਵਿੱਚ ਸਰਜੀਕਲ ਕੰਪਲੈਕਸ ਨੇੜੇ ਇੱਕ ਬਾਈਕ ਦੀ ਕ੍ਰਸ਼ਰ ਮਿਕਸਰ ਵਾਲੇ ਟਿੱਪਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦਵਾਈ ਲੈਣ ਜਾ ਰਹੇ ਬਾਈਕ ਸਵਾਰ ਭੈਣ ਭਰਾ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਸਾਰੀ ਘਟਨਾ ਨੇੜੇ ਲੱਗੇ CCTV ਵਿੱਚ ਕੈਦ ਹੋ ਗਈ। ਉਧਰ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਅੱਜ ਲਈ ਇੰਨਾ ਹੀ। ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ TV ਦੇ ਨਾਲ। ਧੰਨਵਾਦ।